Hello students, this is Jagdeep Singh, teacher of Guru Hargobind Public High School, Fatehgarh. So what we are reading? We are studying a very beautiful chapter, Value of Money, पैसे ਦਾ ਮੁੱਲ ਕਿ ਪੈਸੇ ਦਾ ਮੁੱਲ ਆਪਾਂ ਕਿਵੇਂ ਪਾ ਸਕਦੇ ਹਾਂ। ਸੋ ਇਹ ਚੈਪਟਰ ਆਪਾਂ ਨੇ ਪਹਿਲਾ ਪੇਜ ਪੜ੍ਹ ਲਿਆ ਸੀ। ਇਸ ਦਾ ਉਹਦੇ ਵਿੱਚ ਕੀ ਸੀ, ਇੱਕ 14 ਸਾਲ ਦਾ ਲੜਕਾ ਹੁੰਦਾ ਜਿਸ ਕੋਲ ਇੱਕ ਕੰਪਿਊਟਰ ਹੁੰਦਾ ਤੇ ਉਸ ਕੰਪਿਊਟਰ ਤੋਂ ਇਲਾਵਾ ਉਹ ਇੱਕ ਨਵਾਂ ਕੰਪਿਊਟਰ ਖਰੀਦਣਾ ਚਾਹੁੰਦਾ ਬੈਲ ਕੰਪਨੀ ਦਾ, ਜੋ ਇੱਕ ਐਡਵਰਟੀਜ਼ਮੈਂਟ ਉਹ ਦੇਖਦਾ ਆਪਣੀ ਸਮਰ ਬ੍ਰੇਕ ਦੇ ਦੌਰਾਨ। ਸੋ ਉਸਦੇ ਮਾਤਾ ਪਿਤਾ ਉਸਨੂੰ ਕੰਪਿਊਟਰ ਲੈਣ ਤੋਂ ਨਾ ਕਰ ਦਿੰਦੇ ਨੇ। ਹੁਣ ਆਪਾਂ ਅੱਗੇ ਪੜ੍ਹਦੇ ਹਾਂ ਔਨ ਦਾ ਨੈਕਸਟ ਪੇਜ। ਲੁਕਿੰਗ ਬੈਕ ਨਾਓ, ਹੁਣ ਕਹਿੰਦਾ ਕਿ ਪਿੱਛੇ ਦੇਖਦੇ ਆਪਾਂ ਕੀ ਗੱਲ ਹੋਈ ਸੀ। ਆਈ ਪ੍ਰੋਬਬਲੀ ਡਿਡ ਨਾਟ ਈਵਨ ਨੀਡ ਆਲ ਦੋਜ਼ ਐਕਸਟਰਾ ਫੀਚਰਸ। ਕਹਿੰਦਾ ਮੈਨੂੰ ਜੋ ਉਹ ਨਵੇਂ ਨਵੇਂ ਫੀਚਰ ਸੀ ਵੈਲ ਕੰਪਿਊਟਰ ਦੇ ਵਿੱਚ, ਭਾਵੇਂ ਕਿ ਮੈਨੂੰ ਉਹਨਾਂ ਦੀ ਲੋੜ ਨਹੀਂ ਸੀ। ਆਈ ਕੁਡ ਡੂ ਐਵਰੀਥਿੰਗ, ਮੈਂ ਸਭ ਕੁਛ ਕਰ ਸਕਦਾ ਸੀ। I wanted to do on my own computer without running into any issues, but the consumerist in me seemed to think otherwise. ਕਹਿੰਦਾ ਜਿੰਨਾ ਵੀ ਮੀਨਸ ਕੰਮ ਸੀ ਉਹ ਮੈਂ ਆਪਣੇ ਪੁਰਾਣੇ ਕੰਪਿਊਟਰ 'ਤੇ ਕਰ ਸਕਦਾ ਸੀ ਬਿਨਾਂ ਕਿਸੇ ਇਸ਼ੂ ਦੇ, ਪਰ ਜੋ ਮੇਰੇ ਅੰਦਰ ਕੰਜ਼ਿਊਮਰਿਸਟ ਸੀ, ਮੀਨਸ ਕੰਜ਼ਿਊਮਰਿਸਟ ਹੁੰਦਾ ਜੋ ਚੀਜ਼ ਨੂੰ ਖਰੀਦਣ ਵਾਲਾ ਹੁੰਦਾ, ਉਹ ਸੋਚਦਾ ਸੀ ਕਿ ਮੈਂ ਸ਼ਾਇਦ ਉਸ ਕੰਪਿਊਟਰ ਨੂੰ ਲੈ ਲਵਾਂ। ਉਹ ਦੂਸਰੇ ਪਾਸੇ ਸੋਚਦਾ ਸੀ ਗੱਲ ਨੂੰ। ਆਫਟਰ ਅ ਵਾਈਲ, ਥੋੜ੍ਹੇ ਟਾਈਮ ਬਾਅਦ, ਮਾਈ ਪੇਰੈਂਟਸ ਨੋਟਿਸਡ, ਮੇਰੇ ਪੇਰੈਂਟਸ ਨੇ ਨੋਟਿਸ ਕੀਤਾ ਹਾਊ ਓਬਸੈਸਡ, ਕਿ ਮੈਂ ਕਿੰਨਾ ਆਦੀ ਹੋ ਗਿਆ ਇਸ ਗੱਲ ਦਾ, ਮੀਨਸ ਹਰ ਟਾਈਮ ਇਸੇ ਚੀਜ਼ ਬਾਰੇ ਸੋਚਦਾ ਰਹਿਣਾ। ਆਈ ਵਾਜ਼ ਵਿਦ ਅ ਨਿਊ ਕੰਪਿਊਟਰ, ਜੋ ਨਵਾਂ ਕੰਪਿਊਟਰ ਸੀ ਬੈਲ ਕੰਪਨੀ ਦਾ, ਮੀਨਸ ਹਰ ਟਾਈਮ ਮੈਂ ਉਸਦੇ ਬਾਰੇ ਹੀ ਗੱਲਾਂ ਕਰਦਾ, ਉਸੇ ਬਾਰੇ ਹੀ ਸੋਚਦਾ ਰਹਿਣਾ। ਮੇਰੇ ਪੇਰੈਂਟਸ ਨੇ ਮੈਨੂੰ ਨੋਟਿਸ ਕੀਤਾ। ਦੇ ਡਿਸਾਈਡਡ, ਉਹਨਾਂ ਨੇ ਫੈਸਲਾ ਕੀਤਾ ਟੂ ਗਿਵ ਮੀ ਅ ਚਾਂਸ ਟੂ ਅਰਨ ਇਟ, ਕਿ ਮੈਂ ਇਸ ਕੰਪਿਊਟਰ ਨੂੰ ਕਮਾਵਾਂ। ਮੀਨਸ ਸਿੱਧਾ ਨਹੀਂ ਉਹ ਮੈਨੂੰ ਲੈ ਕੇ ਦੇਣਗੇ, ਮੈਨੂੰ ਇਸ ਨੂੰ ਕਮਾਉਣਾ ਪਵੇਗਾ। ਦੇ ਟੋਲਡ ਮੀ, ਉਹਨਾਂ ਨੇ ਮੈਨੂੰ ਦੱਸਿਆ ਇਫ ਆਈ ਸਟਾਰਟਡ ਡੂਇੰਗ ਹਾਊਸ ਚੋਰਸ। ਹਾਊਸ ਚੋਰਸ ਦਾ ਮਤਲਬ ਹੁੰਦਾ ਹੈਗਾ, ਇਹਨੂੰ ਆਪਾਂ ਚੋਰ ਨਹੀਂ ਬੋਲਾਂਗੇ, ਨਹੀਂ ਬੋਲਾਂਗੇ, ਨਾ ਹੀ ਕੋਰ ਬੋਲਾਂਗੇ, ਇਹਨੂੰ ਬੋਲਾਂਗੇ ਚੋਰਸ। ਹਾਊਸ ਚੋਰਸ ਦਾ ਮਤਲਬ ਹੁੰਦਾ ਜਿਹੜੇ ਆਪਣੇ ਡੇਲੀ ਦੇ ਰੂਟੀਨ ਵਰਕ ਹੁੰਦੇ ਨੇ ਘਰ ਦੇ, ਜਿਵੇਂ ਕਿ ਬੱਚੇ ਕਈ ਆਪਣੇ ਮਾਤਾ ਪਿਤਾ ਨਾਲ ਕੰਮ ਕਰਵਾਉਂਦੇ ਨੇ, ਉਹਦਾ ਮਤਲਬ ਹੁੰਦਾ ਹਾਊਸ ਚੋਰਸ। ਸੋ ਉਹਨਾਂ ਨੇ ਕਿਹਾ ਕਿ ਤੈਨੂੰ ਘਰ ਦੇ ਕੰਮ ਕਰਨੇ ਪੈਣਗੇ। ਦੇ ਵੁੱਡ ਗਿਵ ਮਨੀ ਫॉर ਇਟ, ਕਿ ਉਸ ਦੇ ਬਦਲੇ ਉਹ ਇਸ ਨੂੰ ਪੈਸੇ ਦੇਣਗੇ। ਐਂਡ ਆਈ ਕੁਡ ਸੇਵ ਅਪ ਅੰਟਿਲ, ਅਤੇ ਮੈਂ ਉਹਨਾਂ ਨੂੰ ਸੇਵ ਕਰ ਸਕਦਾ ਸੀ। ਅੰਟਿਲ ਆਈ ਹੈਡ ਇਨਫ ਟੂ ਬਾਏ ਦਾ ਕੰਪਿਊਟਰ ਔਨ ਮਾਈ ਓਨ, ਅਤੇ ਜਦੋਂ ਤੱਕ ਮੇਰੇ ਕੋਲ ਇੰਨੇ ਪੈਸੇ ਨਹੀਂ ਜਮ੍ਹਾਂ ਹੋ ਜਾਂਦੇ ਕਿ ਮੈਂ ਉਸ ਕੰਪਿਊਟਰ ਨੂੰ ਆਪਣੀ ਦਮ 'ਤੇ ਖਰੀਦ ਸਕਾਂ। ਇਟ ਸੀਮਡ ਲਾਈਕ ਅ ਗੁੱਡ ਆਈਡੀਆ, ਇਹ ਬਹੁਤ ਵਧੀਆ ਵਿਚਾਰ ਸੀ, ਲੱਗ ਰਿਹਾ ਸੀ ਮੈਨੂੰ। ਐਂਡ ਆਈ ਯਰਮਡ ਐਟ ਦ ਅਪੋਰਚੁਨਿਟੀ, ਅਤੇ ਮੈਂ ਇਸ ਮੌਕੇ ਨੂੰ ਉਦੋਂ ਹੀ ਸੰਭਾਲ ਲਿਆ। ਅਪੋਰਚੁਨਿਟੀ ਦਾ ਹੁੰਦਾ ਕਿ ਆਪਾਂ ਨੂੰ ਜਦੋਂ ਕੋਈ ਮੌਕਾ ਮਿਲਦਾ। ਦ ਵੈਰੀ ਨੈਕਸਟ ਡੇ, ਅਗਲੇ ਹੀ ਦਿਨ, ਵੈਰੀ ਦਾ ਮਤਲਬ ਹੁੰਦਾ ਉਸਦੇ ਐਡਜਸੈਂਟ, ਅਗਲੇ ਹੀ ਦਿਨ। ਆਈ ਸਟਾਰਟਡ ਵਾਕਿੰਗ ਅਪ, ਆਈ ਸਟਾਰਟਡ ਵੇਕਿੰਗ ਅਪ, ਕਿ ਮੈਂ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਅਰਲੀ, ਟੂ ਮੇਕ ਐਕਸਟਰਾ ਟਾਈਮ, ਤਾਂ ਜੋ ਮੈਂ ਹੋਰ ਟਾਈਮ ਬਚਾ ਸਕਾਂ, ਕੰਮ ਮੈਨੂੰ ਟਾਈਮ ਮਿਲ ਸਕੇ ਵੱਧ, ਟੂ ਏਬਲ ਟੂ ਡੂ ਮੋਰ ਚੋਰਸ, ਅਤੇ ਮੈਂ ਘਰ ਦੇ ਕੰਮ ਵੱਧ ਤੋਂ ਵੱਧ ਕਰ ਸਕਾਂ। ਆਈ ਵੁੱਡ ਡੂ ਦ ਡਿਸ਼ਿਜ਼ 3 ਟਾਈਮਸ ਅ ਡੇ, ਮੈਂ ਸਾਰੇ ਦਿਨ 'ਚ 3 ਵਾਰ ਭਾਂਡੇ ਧੋਂਦਾ ਸੀ। ਮੇਕ ਡਿਸ਼ਿਜ਼ ਦਾ ਮਤਲਬ ਹੈ ਬਰਤਨ ਸਾਫ਼ ਕਰਨੇ। ਟੇਕ ਦਾ ਗਾਰਬੇਜ ਆਊਟ, ਕੂੜਾ ਬਾਹਰ ਸਿੱਟਦਾ ਸੀ। ਮੋ ਦਾ ਲਾਨ ਔਨ ਦਾ ਵੀਕਐਂਡਸ, ਘਾਹ ਕੱਟਦਾ ਸੀ। ਮੋ ਦਾ ਮਤਲਬ ਹੁੰਦਾ ਹੈਗਾ ਕੱਟਣਾ, ਘਾਹ ਕੱਟਣਾ। ਲਾਉਣ ਦਾ ਮਤਲਬ ਹੁੰਦਾ ਜਿਹੜਾ ਆਪਣੇ ਘਰੇ ਲਾਉਣ ਹੁੰਦਾ, ਬਾਗ ਵਗੈਰਾ ਲਾਇਆ ਹੁੰਦਾ, ਘਾਹ ਵਗੈਰਾ ਲਾਇਆ ਹੁੰਦਾ। ਕਲੀਨ ਦਾ ਹੋਲ ਹਾਊਸ, ਸਾਰਾ ਘਰ ਸਾਫ਼ ਕਰਦਾ ਸੀ। ਵਾਸ਼ ਦਾ ਕਾਰ ਵੈਨ ਐਵਰ ਨੀਡਡ, ਅਤੇ ਜਦੋਂ ਵੀ ਕਾਰ ਨੂੰ ਧੋਣ ਦੀ ਲੋੜ ਹੁੰਦੀ ਸੀ ਮੈਂ ਕਾਰ ਵੀ ਧੋ ਦਿੰਦਾ ਸੀ। ਇਟ ਵਾਜ਼ ਵਰਕਿੰਗ ਟਾਇਰਲੈਸਲੀ ਐਵਰੀ ਡੇ, ਆਈ ਵਾਜ਼ ਵਰਕਿੰਗ ਟਾਇਰਲੈਸਲੀ ਐਵਰੀ ਡੇ, ਮੈਂ ਹਰ ਰੋਜ਼ ਅੰਟਿਲ ਮਾਈ ਹੋਲ ਬੋਡੀ ਵਾਜ਼ ਸੋਰ ਜਸਟ ਟੂ ਵੇਕ ਅਪ ਦ ਨੈਕਸਟ ਡੇ ਐਂਡ ਡੂ ਇਟ ਅਗੇਨ। ਕਹਿੰਦਾ ਮੈਂ ਸਾਰਾ ਕੰਮ ਟਾਇਰਲੈਸਲੀ ਕਰਦਾ ਸੀ, ਮੀਨਸ ਬਿਨਾਂ ਥੱਕੇ ਹਰ ਰੋਜ਼, ਅਤੇ ਉਦੋਂ ਤੱਕ ਕਰਦਾ ਸੀ ਜਦੋਂ ਸਾਰਾ ਦਿਨ, ਜਦੋਂ ਤੱਕ ਮੇਰੀ ਬੋਡੀ ਕੀ ਕਹਿੰਦੀ ਸੀ, ਥੱਕ ਨਹੀਂ ਜਾਂਦੀ ਸੀ, ਪੇਨ ਨਹੀਂ ਹੋਣ ਲੱਗ ਜਾਂਦਾ ਸੀ। ਸੋਰ ਦਾ ਮਤਲਬ ਹੁੰਦਾ ਥੱਕਣਾ ਜਾਂ ਪੇਨ ਹੋਣ ਲੱਗ ਜਾਣੀ ਕਿਸੇ ਚੀਜ਼ ਦੇ ਵਿੱਚ, ਤਾਂ ਜੋ ਅਤੇ ਅਗਲੇ ਦਿਨ ਜਦੋਂ ਮੈਂ ਉੱਠਦਾ ਸੀ ਉਦੋਂ ਮੇਰੀ ਬੋਡੀ ਸਾਰੀ ਦੁੱਖ ਰਹੀ ਹੁੰਦੀ ਸੀ ਅਤੇ ਮੈਨੂੰ ਸਾਰਾ ਕੰਮ ਇਹ ਦੁਬਾਰੇ ਕਰਨਾ ਪੈਂਦਾ ਸੀ। ਇਵੈਂਚੁਅਲੀ, ਅੰਤ ਵਿੱਚ, ਆਈ ਗੋਟ ਯੂਜ਼ਡ ਟੂ ਇਟ, ਕਹਿੰਦਾ ਮੈਂ ਯੂਜ਼ਡ ਟੂ ਹੋ ਗਿਆ ਇਸ ਚੀਜ਼ ਨਾਲ, ਮੀਨ ਆਦੀ ਹੋ ਗਿਆ ਕਿ ਹਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਮੈਂ ਕਦੋਂ ਕੰਮ ਕਰ ਦਿੰਦਾ ਸੀ। ਕਿਉਂਕਿ ਆਪਾਂ ਜਦੋਂ ਇੱਕ ਕੰਮ ਨੂੰ ਡੇਲੀ ਹੀ ਕਰੀ ਜਾਂਦੇ ਹਾਂ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਅਤੇ ਆਪਾਂ ਉਸ ਨੂੰ ਕਰੀ ਹੀ ਜਾਂਦੇ ਹਾਂ। ਐਂਡ ਇਟ ਬਿਕਮ ਈਜ਼ੀਅਰ, ਅਤੇ ਇਹ ਮੈਨੂੰ ਆਸਾਨ ਲੱਗਣ ਲੱਗ ਗਿਆ। ਆਈ ਆਲਸੋ ਗੋਟ ਮੋਰ ਐਫੀਸ਼ੀਐਂਟ ਇਟ, ਅਤੇ ਮੈਂ ਹੋਰ ਵੀ ਜ਼ਿਆਦਾ ਐਫੀਸ਼ੀਐਂਟ ਹੋ ਗਿਆ। ਮੀਨਸ ਜਦੋਂ ਆਪਾਂ ਕਿਸੇ ਕੰਮ ਨੂੰ ਕਰਦੇ ਹਾਂ ਉਹਦੇ ਵਿੱਚ ਐਫੀਸ਼ੀਐਂਸੀ ਕਿੰਨੀ ਹੈ, ਮੀਨਸ ਉਸਨੂੰ ਸਹੀ ਢੰਗ ਨਾਲ ਆਪਾਂ ਕਿੰਨਾ ਕਰਦੇ ਹਾਂ। ਮੀਨਸ ਐਫੀਸ਼ੀਐਂਟ ਦਾ ਹੋਣਾ ਕਿ ਮੈਂ ਉਸਨੂੰ ਹੋਰ ਸਹੀ ਢੰਗ ਨਾਲ ਕੰਮ ਕਰਨ ਲੱਗ ਗਿਆ ਸੀ ਜੋ ਮੈਂ ਡੇਲੀ ਕਰਦਾ ਸੀ। ਐਂਡ ਸੂਨ, ਅਤੇ ਜਲਦੀ ਹੀ, ਆਈ ਵਾਜ਼ ਡੂਇੰਗ ਐਵਰੀਥਿੰਗ ਅ ਲੋਟ ਕੁਇਕਰ, ਅਤੇ ਜਲਦੀ ਹੀ ਮੈਂ ਸਾਰਾ ਕੰਮ ਸੀ ਜਿਹੜਾ ਉਹਨੂੰ ਬਹੁਤ ਜਲਦੀ ਕਰਨ ਲੱਗ ਗਿਆ। ਕੁਇਕਰ ਦਾ ਮਤਲਬ ਹੁੰਦਾ ਜਲਦੀ ਕਰਨਾ। ਐਜ਼ ਆਈ ਗੋਟ ਕੁਇਕਰ, ਜਿਵੇਂ ਮੈਂ ਬਹੁਤ ਜ਼ਿਆਦਾ ਜਲਦੀ ਕੰਮ ਕਰਨ ਲੱਗ ਗਿਆ,
ਤੇਜ਼ ਹੋ ਗਿਆ। ਆਈ ਸਟਾਰਟਡ ਹੈਵਿੰਗ ਮੋਰ ਫ੍ਰੀ ਟਾਈਮ, ਮੇਰੇ ਕੋਲ ਹੋਰ ਜ਼ਿਆਦਾ ਵਿਹਲਾ ਸਮਾਂ ਬਚਣ ਲੱਗ ਗਿਆ। ਐਂਡ ਆਈ ਡਿਡ ਨਾਟ ਰੀਅਲੀ ਨੋ ਵਾਟ ਟੂ ਡੂ ਵਿਦ ਇਟ, ਅਤੇ ਮੈਂ ਨਹੀਂ ਜਾਣਦਾ ਸੀ ਕਿ ਇਸ ਨਾਲ ਮੈਨੂੰ ਕੀ ਕਰਨਾ ਚਾਹੀਦਾ ਹੈ। ਪਲੀਜ਼ ਡੈਡ, ਕਿਰਪਾ ਕਰਕੇ ਡੈਡ, ਇਜ਼ ਦੇਅਰ ਐਨੀਥਿੰਗ ਐਲਸ ਯੂ ਨੀਡ ਹੈਲਪ ਵਿਦ, ਕਿ ਤੁਹਾਨੂੰ ਕਿਸੇ ਹੋਰ ਕੰਮ ਵਿੱਚ ਕਰਨ ਦੀ ਲੋੜ ਹੈਗੀ ਹੈ। ਮੀਨਜ਼ ਉਹ ਆਪਣੇ ਡੈਡ ਨੂੰ ਪੁੱਛ ਰਿਹਾ, ਕਿਉਂਕਿ ਉਹ ਪਹਿਲਾਂ ਜੋ ਕੰਮ ਕਰਦਾ ਸੀ ਉਸਨੂੰ ਬਹੁਤ ਜ਼ਿਆਦਾ ਐਫੀਸ਼ੀਐਂਟ ਹੋ ਗਿਆ ਸੀ ਅਤੇ ਉਸ ਕੋਲ ਫ੍ਰੀ ਟਾਈਮ ਬਚਣ ਲੱਗ ਗਿਆ ਸੀ। ਅਤੇ ਉਹ ਆਪਣੇ ਡੈਡ ਨੂੰ ਕਹਿ ਰਿਹਾ ਕਿ ਕੋਈ ਹੋਰ ਕੰਮ ਹੈਗਾ ਤਾਂ ਮੈਨੂੰ ਜਲਦੀ ਦੇ ਦਿਓ, ਅਤੇ ਉਹ ਕੰਮ ਕਰਕੇ ਮੈਨੂੰ ਜਿੰਨੇ ਪੈਸੇ ਬਣਨਗੇ ਉਹ ਦੇ ਦਿਓ। ਆਈ ਐਮ ਵਿਲਿੰਗ ਟੂ ਡੂ ਐਨੀਥਿੰਗ, ਕਿ ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ। ਜਸਟ ਲੇ ਇਟ ਔਨ ਮੀ, ਕਿਰਪਾ ਕਰਕੇ ਮੇਰੇ 'ਤੇ ਛੱਡ ਦਿਓ। ਲੇ ਦਾ ਮਤਲਬ ਇੱਥੇ ਛੱਡਣਾ। ਗਿਵ ਮੀ ਮੋਰ ਚੋਜ਼, ਕਿ ਮੈਨੂੰ ਹੋਰ ਘਰ ਦੇ ਕੰਮ ਦਿਓ। ਆਈ ਰਿਮੈਂਬਰ ਪਲੀਡਿੰਗ ਵਿਦ ਡੈਡ, ਮੈਨੂੰ ਯਾਦ ਹੈ ਕਿ ਜਦੋਂ ਆਪਣੇ ਡੈਡ ਨੂੰ ਪ੍ਰਾਰਥਨਾ ਕਰ ਰਿਹਾ ਸੀ। ਪਲੀਡਿੰਗ ਦਾ ਮਤਲਬ ਇਮੋਸ਼ਨਲੀ ਕਿਸੇ ਨੂੰ ਕੋਈ ਰਿਕੁਐਸਟ ਕਰਨੀ, ਇਮੋਸ਼ਨਲੀ। ਆਈ ਵਾਜ ਅਬਸੈਸਡ, ਮੈਂ ਫਿਰ ਮੀਨਜ਼ ਆਦੀ ਹੋ ਗਿਆ ਇਸ ਗੱਲ ਨਾਲ, ਕਿਉਂਕਿ ਸਾਰਾ ਦਿਨ ਮੈਂ ਰਹਿੰਦਾ ਸੀ ਕਿ ਹਾਂ ਮੈਨੂੰ ਕੋਈ ਹੋਰ ਕੰਮ ਮਿਲ ਜੇ, ਮੀਨਜ਼ ਉਸੇ ਚੀਜ਼ ਬਾਰੇ ਹੀ ਸੋਚਦੇ ਰਹਿਣਾ। ਐਨੀ ਫ੍ਰੀ ਟਾਈਮ ਆਈ ਹੈਡ, ਜਦੋਂ ਮੈਨੂੰ ਕੋਈ ਫ੍ਰੀ ਟਾਈਮ ਮਿਲਦਾ, ਆਈ ਵਾਂਟਡ ਟੂ ਫਿਲ ਇਟ ਵਿਦ ਮੋਰ ਵਰਕ ਐਂਡ ਮੋਰ ਮਨੀ, ਮੈਂ ਇਸ ਨੂੰ ਹੋਰ ਕੰਮ ਕਰਕੇ ਇਸ ਨੂੰ ਭਰਦਾ ਜੋ ਮੈਨੂੰ ਫ੍ਰੀ ਟਾਈਮ ਮਿਲਦਾ ਅਤੇ ਹੋਰ ਪੈਸੇ ਕਮਾਉਂਦਾ। ਸਿੰਸ ਦਾ ਸਮਰ ਬ੍ਰੇਕ ਵਾਜ਼ ਆਲਮੋਸਟ ਓਵਰ, ਜਦੋਂ ਜਿਹੜੀ ਸਮਰ ਬ੍ਰੇਕ ਸੀ, ਗਰਮੀ ਦੀਆਂ ਛੁੱਟੀਆਂ ਸੀ, ਉਹ ਖਤਮ ਹੋਣ ਵਾਲੀ ਸੀ। ਆਈ ਨਿਊ ਆਈ ਵੁੱਡ ਹੈਵ ਲੈਸ ਟਾਈਮ ਵਨਸ ਆਈ ਸਟਾਰਟਡ ਗੋਇੰਗ ਟੂ ਸਕੂਲ ਅਗੇਨ, ਕਿ ਮੇਰੇ ਕੋਲ ਟਾਈਮ ਦੀ ਜਿਹੜੀ ਕਮੀ ਆ ਜਾਏਗੀ ਕਿਉਂਕਿ ਮੈਂ ਸਕੂਲ ਜਾਣਾ ਸ਼ੁਰੂ ਕਰ ਦੇਵਾਂਗਾ। ਸੋ ਆਈ ਵਾਂਟਡ ਟੂ ਵਰਕ ਐਜ਼ ਮਚ ਐਜ਼ ਪੋਸੀਬਲ ਡਿਊਰਿੰਗ ਦਾ ਬ੍ਰੇਕ, ਸੋ ਮੈਂ ਇਸ ਛੁੱਟੀਆਂ ਦੇ ਵਿੱਚ ਉਨਾ ਹੀ ਕੰਮ ਕਰਨਾ, ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦਾ ਸੀ ਤਾਂ ਜੋ ਮੈਂ ਵੱਧ ਤੋਂ ਵੱਧ ਪੈਸੇ ਕਮਾ ਸਕਾਂ। ਇਟ ਟੁੱਕ ਮੀ ਫਿਊ ਮੰਥਸ ਬਟ ਇਵੈਂਚੁਅਲੀ ਸੇਵਡ ਅਪ ਇਨਫ ਮਨੀ ਟੂ ਬਾਏ ਮਾਈ ਸੈਲਫ ਦਾ ਬੈਲ ਕੰਪਿਊਟਰ, ਕਹਿੰਦਾ ਇਹ ਮੈਨੂੰ ਥੋੜ੍ਹੇ ਤਾਂ ਮਹੀਨੇ ਲੱਗੇ, ਜਦੋਂ ਮੈਂ ਸਕੂਲ ਵੀ ਜਾਣ ਲੱਗ ਗਿਆ ਅਤੇ ਆ ਕੇ ਫਿਰ ਕੰਮ ਕਰਦਾ, ਮੈਨੂੰ ਥੋੜ੍ਹੇ ਜਿਹੇ ਮਹੀਨੇ ਲੱਗੇ, ਪਰ ਮੇਰੇ ਕੋਲ ਇੰਨੇ ਪੈਸੇ ਜਮ੍ਹਾਂ ਹੋ ਗਏ ਸੀ ਕਿ ਮੈਂ ਹੁਣ ਉਹ ਕੰਪਿਊਟਰ ਖਰੀਦ ਸਕਾਂ। ਇਟ ਵਾਜ਼ ਵੀਕ ਬਿਫੋਰ ਮਾਈ ਬਰਥਡੇ, ਮੀਨਜ਼ ਮੇਰੇ ਜਨਮ ਦਿਨ ਤੋਂ ਇੱਕ ਵੀਕ ਪਹਿਲਾਂ, ਇੱਕ ਹਫ਼ਤਾ ਪਹਿਲਾਂ, ਆਈ ਵੈਂਟ ਟੂ ਬੈਲ ਕੰਪਿਊਟਰ ਸੈਂਟਰ, ਮੈਂ ਬੈਲ ਸੈਂਟਰ 'ਤੇ ਗਿਆ ਜਿੱਥੇ ਵੀ ਉਹਨਾਂ ਦਾ ਉਹ ਸ਼ੋਰੂਮ ਬਣਿਆ ਹੋਇਆ ਸੀਗਾ ਬੈਲ ਕੰਪਿਊਟਰ ਸੈਂਟਰ ਦਾ, ਐਂਡ ਪਲੇਸ ਐਨ ਆਰਡਰ, ਅਤੇ ਉੱਥੇ ਮੈਂ ਇੱਕ ਆਰਡਰ ਕਰ ਦਿੱਤਾ। ਆਈ ਨਿਊ ਇਟ ਵੁੱਡ ਟੇਕ ਐਟ ਲੀਸਟ ਅ ਵੀਕ ਫॉर ਦਾ ਸਟੋਰ ਟੂ ਗੈਟ ਇਟ ਇਨ ਕੇਸ ਇਟ ਵਾਜ਼ ਆਊਟ ਆਫ ਸਟਾਕ, ਕਹਿੰਦਾ ਮੈਨੂੰ ਪਤਾ ਸੀ ਕਿ ਸਟੋਰ ਨੂੰ ਇੱਕ ਹਫ਼ਤੇ ਦਾ ਘੱਟੋ ਘੱਟ ਲੱਗੇਗਾ ਜਦੋਂ ਕੋਈ ਚੀਜ਼ ਆਊਟ ਆਫ ਸਟਾਕ ਚੱਲ ਰਹੀ ਹੁੰਦੀ ਹੈ। ਜਦੋਂ ਆਪਾਂ ਔਨਲਾਈਨ ਸ਼ਾਪਿੰਗ ਕਰਦੇ ਹਾਂ ਤਾਂ ਆਪਾਂ ਨੂੰ ਪਹਿਲਾਂ ਦੱਸ ਦਿੰਦੇ ਨੇ, ਜਾਂ ਆਪਾਂ ਕਿਸੇ ਸਟੋਰ 'ਤੇ ਜਾਂਦੇ ਹਾਂ ਪਹਿਲਾਂ ਦੱਸਦੇ ਨੇ ਕਿ ਇਸ ਦਿਨ ਇਹ ਕੰਪਿਊਟਰ ਜਾਂ ਇਹ ਚੀਜ਼ ਆ ਜਾਵੇਗੀ। ਸੋ ਕਹਿ ਰਿਹਾ ਕਿ ਮੈਨੂੰ ਪਤਾ ਸੀ ਕਿ ਇੱਕ ਹਫ਼ਤਾ ਘੱਟੋ ਘੱਟ ਲੱਗੇਗਾ ਕਿਉਂਕਿ ਆਊਟ ਆਫ ਸਟਾਕ ਚੱਲ ਰਹੇ ਸੀ ਕੰਪਿਊਟਰ। ਆਈ ਵਾਕਡ ਇਨ, ਮੈਂ ਅੰਦਰ ਗਿਆ, ਐਂਡ ਵੈਂਟ ਸਟ੍ਰੇਟ ਟੂ ਦਾ ਐਮਪਲੋਈ, ਅਤੇ ਮੈਂ ਜਿਹੜਾ ਉਹਨਾਂ ਦਾ ਐਮਪਲੋਈ ਸੀ ਉਸਦੇ ਕੋਲ ਗਿਆ। ਐਮਪਲੋਈ ਦਾ ਮਤਲਬ ਜੋ ਉੱਥੇ ਕਰਮਚਾਰੀ ਕੰਮ ਕਰਦੇ ਹੁੰਦੇ ਨੇ। ਸਿਟਿੰਗ ਬਿਹਾਇੰਡ ਦਾ ਫਰੰਟ ਡੈਸਕ, ਜੋ ਪਹਿਲਾਂ ਹੀ ਮਤਲਬ ਰਿਸੈਪਸ਼ਨ 'ਤੇ ਬੈਠੇ ਹੁੰਦੇ ਨੇ, ਉੱਥੇ ਮੀਨਜ਼ ਬੈਠਾ ਸੀਗਾ, ਉਹਦੇ ਕੋਲ ਗਿਆ ਟੂ ਆਸਕ ਇਫ ਦਾ ਕੰਪਿਊਟਰ ਵਾਜ਼ ਅਵੇਲੇਬਲ, ਕਿ ਤੁਹਾਡੇ ਕੋਲ ਕੰਪਿਊਟਰ ਅਵੇਲੇਬਲ ਹੈ ਜਾਂ ਨਹੀਂ। ਸੋ we just have completed the second page of the chapter. So what is the homework now? What is the homework? What you have to do? Let me show you. And I hope you had written down these question answers on your fair notebook. Now the next, you have to write these question answers A, B, C. What you will have to do? Identify the speaker and the listener. ਸੋ ਇਹਦੇ ਵਿੱਚ ਜਿਹੜੀਆਂ ਇਹ ਲਾਈਨਾਂ ਦਿੱਤੀਆਂ ਹੋਈਆਂ ਨੇ ਇਹ ਚੈਪਟਰ ਦੇ ਵਿੱਚ ਦਿੱਤੀਆਂ ਹੋਣਗੀਆਂ, ਅਤੇ ਉਹ ਕਿਸ ਨੇ ਕਹੀਆਂ ਅਤੇ ਕਿਸ ਨੂੰ ਕਹੀਆਂ ਆਪਣੇ ਜਸਟ ਉਹ ਲਿਖਣੇ, ਸਪੀਕਰ ਕੌਣ ਹੈ ਅਤੇ ਲਿਸਨਰ ਕੌਣ ਹੈ, ਦੈਟਸ ਆਲ। ਸੋ ਆਈ ਵਿਲ ਗਿਵ ਯੂ ਅ PDF or photo with this video when I will upload this video on the Telegram, so you can take help from there, and so the remaining portion of the chapter we will discuss in the next video. So thank you very much.